ਤੇ ਜਿਹੜੇ ਵੱਡੇ ਮਨਸ਼ਾਤ ਫਰੋਸ਼ ਹੁੰਦੇ ਨਾ ਉਹਨਾਂ ਨੇ ਨਾਲ ਬਦਮਾਸ਼ ਵੀ ਰੱਖੇ ਹੁੰਦੇ ਨੇ, ਇਸ਼ਤਿਹਾਰੀ ਵੀ ਗੁਜਰਾਂ ਤੇ ਗਿਆਸ ਗੁਲ ਖਾਨ ਸਾਹਿਬ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਗੁਜਰਾਂਵਾਲੇ ਦੇ ਵਿੱਚ ਨਾ ਉਹਨਾਂ ਨੇ ਬਦਮਾਸ਼ੀ ਮਨਸ਼ਾਤ ਫਰੋਸ਼ੀ ਤੇ ਜਿੰਨੇ ਵੀ ਜਰਾਇਮ ਪੇਸ਼ਾ ਲੋਕ ਨਾ ਉਹਨਾਂ ਦਾ ਖਾਤਮਾ ਕਰਨ ਦਾ ਇੱਕ ਤੇ ਉਹਨਾਂ ਦੇ ਜਿਹੜੇ ਆਪਣੇ ਅਦਾਰੇ ਦੀ ਕਾਲੀਆਂ ਪੇੜਾਂ ਨੇ ਉਹਨਾਂ ਦਾ ਵੀ ਜੀਣਾ ਹਰਾਮ ਹੋਇਆ। ਪਹਿਲੇ ਫੋਨ ਕਰ ਦਿੰਦੀ ਸੀ ਕਿ ਭਾਈ ਸਾਹਿਬ ਨਸ ਜੋ ਤੁਹਾਡੇ ਖਿਲਾਫ ਰੇਟ ਹੋਣ ਵਾਲੀ ਹੈ। ਇਸ ਦਫਾ ਵੀ ਉਹਨਾਂ ਨੂੰ ਦੱਸਿਆ ਗਿਆ ਸੀ ਨੇ ਵੀ ਉਹਨਾਂ ਦੀ ਸ਼ਿਕਾਇਤਾਂ ਬਹੁਤ ਨੇ। ਸੀਪੀਓ ਗਿਆਸ ਗੁਲ ਖਾਨ ਸਾਹਿਬ ਨੇ ਸਖਤ ਆਰਡਰ ਜਾਰੀ ਕੀਤੇ ਨੇ ਕਿ ਇਹ ਜਿਹੜੇ ਮਨਸ਼ਾਤ ਫਰੋਸ਼ ਹਬੀਬਪੁਰਾ ਦੇ ਨਾ ਇਹਨਾਂ ਨੂੰ ਫੜ ਕੇ ਲਿਆਓ। ਅੰਨਾ ਤੋਂ ਫਾਇਰਿੰਗ ਹੋ ਜਾਂਦੀ ਹੈ, ਇੰਨੀ ਕੁ ਫਾਇਰਿੰਗ ਹੋ ਜਾਂਦੀ ਹੈ। ਇਹਨਾਂ ਦੇ ਵਿੱਚ ਦੋ ਕਾਂਸਟੇਬਲਾਂ ਨੂੰ ਗੋਲੀ ਵੱਜਦੀ, ਉਹਨਾਂ ਨੇ ਮਾਰਤੇ। ਉਹਨਾਂ ਨੇ ਕਿਹਾ ਵੀ ਸਾਡਾ ਕੰਮ ਖਤਮ, ਅਸੀਂ ਹੁਣ ਚੱਲੇ ਆ। ਇਹਨਾਂ ਨੂੰ ਆਉਂਦੇ ਨੇ, ਇਹ ਸਾਥੀ ਛੁਡਾ ਕੇ ਚਲੇ ਜਾਂਦੇ ਨੇ। ਇਸ ਦਫਾ ਵੀ ਸਾਥੀ ਹੀ ਆਪਣੇ ਬੰਦਿਆਂ ਨੂੰ ਮਾਰ ਕੇ ਤੇ ਚਲੇ ਗਏ ਨੇ। अस्सलाम वालेकुम, ਤੁਸੀਂ ਵੇਖ ਰਹੇ ਹੋ ਮਿਨਹਾਜ ਯੂਨੀਕ ਵਲੌਗ ਤੇ ਮੈਂ ਤੁਹਾਡਾ ਦੇਸੀ ਐਂਕਰ ਜ਼ਾਹਿਦ ਖਾਨ। ਨਾਜ਼ਰੀਨ, ਗੁਜਰਾਂਵਾਲੇ ਦੇ ਵਿੱਚ ਇੱਕ ਬਹੁਤ ਵੱਡਾ ਪੁਲਿਸ ਮੁਕਾਬਲਾ ਹੋਇਆ ਜਿਹਦੇ ਚ ਇੱਕ ਕਾਂਸਟੇਬਲ ਸ਼ਹੀਦ ਹੋ ਗਿਆ ਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ। ਇੱਕ ਲੇਡੀਜ਼ ਕਾਂਸਟੇਬਲ ਸਾਧਿਆ ਉਹ ਵੀ ਜ਼ਖਮੀ ਹੋ ਗਈ। ਬਹੁਤ ਹੀ ਵੱਡੇ ਮਨਸ਼ਾਤ ਫਰੋਸ਼ਨ ਹਬੀਬਪੁਰਾ ਦੇ, ਇੱਕ ਦਾ ਨਾਮ ਨੂਰ ਖਾਨ ਸੀ ਤੇ ਦੂਸਰੇ ਦਾ ਨਾਮ ਅਵੈਸ ਖਾਨ ਸੀ। ਇਹ ਵੱਡੇ ਡੀਲਰ ਸਨ, ਇਹ ਛੋਟੇ ਮਨਸ਼ਾਤ ਫਰੋਸ਼ ਨਹੀਂ ਸਨ। ਇਹਨਾਂ ਨੇ ਅੱਗੋਂ ਬੰਦੇ ਰੱਖੇ ਹੋਏ ਸਨ ਤੇ ਜਿਹੜੇ ਵੱਡੇ ਮਨਸ਼ਾਤ ਫਰੋਸ਼ ਹੁੰਦੇ ਨਾ ਉਹਨਾਂ ਨੇ ਨਾਲ ਬਦਮਾਸ਼ ਵੀ ਰੱਖੇ ਹੁੰਦੇ ਨੇ, ਇਸ਼ਤਿਹਾਰੀ ਵੀ ਰੱਖੇ ਹੁੰਦੇ ਨੇ। ਇਹਨਾਂ ਦਾ ਜਿਹੜਾ ਗੈਂਗ ਹੁੰਦਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ। ਅਕਸਰ ਤੁਸੀਂ ਵੇਖੋ ਕਿ ਮਨਸ਼ਾਤ ਫਰੋਸ਼ਾਂ ਦੇ ਖਿਲਾਫ ਨਾ ਕੋਈ ਬੰਦਾ ਸੌਖੀ ਸ਼ਿਕਾਇਤ ਨਹੀਂ ਕਰੇਗਾ, ਕਿਉਂਕਿ ਅਗਰ ਸ਼ਿਕਾਇਤ ਕਰੇਗਾ ਉਹਨੂੰ ਕਿਸੇ ਨਾ ਕਿਸੇ ਵਜ੍ਹਾ ਤੋਂ ਨਾ ਥ੍ਰੈਡ ਕਰਕੇ ਨਾ ਚੁੱਪ ਕਰਾ ਦਿੱਤਾ ਜਾਏਗਾ ਤੇ ਬਾਅਦ ਚ ਉਹ ਜਾਂ ਤੇ ਉਹ ਇਲਾਕਾ ਛੱਡ ਦਿੰਦਾ ਜਾਂ ਉਹ ਇਨਕਾਰ ਕਰ ਦਿੰਦਾ ਕਿ ਜੀ ਮੈਂ ਨਾ ਸ਼ਿਕਾਇਤ ਲਵਾਈਏ ਤੇ ਨਾ ਮੈਂ ਇਹਨਾਂ ਨੂੰ ਜਾਣਨਾ। ਗੁਜਰਾਂਵਾਲੇ ਦੇ ਗਿਆਸ ਗੁਲ ਖਾਨ ਸਾਹਿਬ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਗੁਜਰਾਂਵਾਲੇ ਦੇ ਵਿੱਚ ਨਾ ਉਹਨਾਂ ਨੇ ਬਦਮਾਸ਼ੀ ਮਨਸ਼ਾਤ ਫਰੋਸ਼ੀ ਤੇ ਜਿੰਨੇ ਵੀ ਜਰਾਇਮ ਪੇਸ਼ਾ ਲੋਕ ਨਾ ਉਹਨਾਂ ਦਾ ਖਾਤਮਾ ਕਰਨ ਦਾ ਇੱਕ ਮਿਸ਼ਨ ਬਣ ਲਿਆ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਮਹਿਕਮੇ ਦਾ ਵੀ ਇਹਤਸਾਬ ਸ਼ੁਰੂ ਕੀਤਾ ਹੋਇਆ। ਦਰਜਨਾਂ ਤੋਂ ਜ਼ਿਆਦਾ ਜਿਹੜੇ ਪੁਲਿਸ ਅਹਿਲਕਾਰ ਨੇ ਮੁਅੱਤਲ ਕਰ ਦਿੱਤੇ ਨੇ, ਸਸਪੈਂਡ ਕਰਤੇ ਨੇ, ਡਿਸਮਿਸ ਫॉर ਸਰਵਿਸ ਕਰ ਦਿੱਤੇ ਨੇ, ਕਿਉਂਕਿ ਸੀਪੀਓ ਗੁਜਰਾਂਵਾਲਾ ਗਿਆਸ ਗੁਲ ਖਾਨ ਸਾਹਿਬ ਨਾ ਇੱਕ ਦਬੰਗ ਅਫਸਰ ਨੇ। ਜਿਵੇਂ ਪੰਜਾਬੀ ਚ ਕਹਿੰਦੇ ਨਾ ਉਹ ਯਾਰ ਕਿਸੇ ਮਾਂ ਨੇ ਸੋਹਣਾ ਲਾਲ ਜੰਮਿਆ। ਉਹਨਾਂ ਨੇ ਗੁਜਰਾਂਵਾਲੇ ਚ ਧੂੜ ਪੜ ਦਿੱਤੀ ਹੈ ਕਿ ਹੁਣ ਜਿਹੜੇ ਜਰਾਇਮ ਪੇਸ਼ਾ ਲੋਕ ਨੇ ਜਾਂ ਮਨਸ਼ਾਤ ਫਰੋਸ਼ ਲੋਕ ਨੇ ਉਹਨਾਂ ਦਾ ਜੀਣਾ ਹਰਾਮ ਹੋਇਆ ਪਿਆ, ਬਲਕਿ ਉਹਨਾਂ ਦੇ ਜਿਹੜੇ ਆਪਣੇ ਅਦਾਰੇ ਦੀ ਕਾਲੀਆਂ ਪੇੜਾਂ ਨੇ ਉਹਨਾਂ ਦਾ ਵੀ ਜੀਣਾ ਹਰਾਮ ਹੋਇਆ ਪਿਆ। ਉਹ ਜਾਂ ਤੇ ਨੇਕ ਹੋ ਗਏ ਨੇ ਜਾਂ ਫੜੇ ਗਏ ਨੇ, ਲੇਕਿਨ ਹੁਣ ਜੁਰਮ ਕਰਨਾ ਬੜਾ ਔਖਾ ਹੋਇਆ। ਮਨਸ਼ਾਤ ਫਰੋਸ਼ ਵੀ ਜਿੰਨੀ ਦੇਰ ਤੱਕ ਤੁਹਾਡਾ ਮੁਤਲਕਾ ਥਾਣਾ ਜਾਂ ਕੋਈ ਕਾਲੀ ਪੇੜ ਨਾ ਰਲੀ ਹੋਵੇ ਨਾ ਤੇ ਇਹ ਕੰਮ ਨਹੀਂ ਕਰ ਸਕਦੇ। ਇਹ ਨੂਰ ਖਾਨ ਤੇ ਅਵੈਸ ਖਾਨ ਇਹ ਐਡੇ ਇੱਕ ਵੱਡੇ ਮਨਸ਼ਾਤ ਫਰੋਸ਼ ਹਨ ਕਿ ਜਦੋਂ ਇਹਨਾਂ ਦੇ ਖਿਲਾਫ ਰੇਟ ਹੋਣ ਲੱਗਦੀ ਸੀ ਤੇ ਮੁਤਲਕਾ ਥਾਣੇ ਦੇ ਵਿੱਚ ਜਿਹੜੀ ਕਾਲੀ ਪੇੜ ਹੁੰਦੀ ਸੀ ਪਹਿਲੇ ਫੋਨ ਕਰ ਦਿੰਦੀ ਸੀ ਕਿ ਭਾਈ ਸਾਹਿਬ ਨਸ ਜੋ ਤੁਹਾਡੇ ਖਿਲਾਫ ਰੇਟ ਹੋਣ ਵਾਲੀ ਹੈ। ਇਸ ਦਫਾ ਵੀ ਉਹਨਾਂ ਨੂੰ ਦੱਸਿਆ ਗਿਆ ਸੀਗਾ ਬਈ ਰੇਟ ਹੋਣ ਵਾਲੀ ਹੈ, ਲੇਕਿਨ ਉਹਨਾਂ ਦੇ ਨਾਲ ਇੱਕ ਬੜਾ ਵੱਡਾ ਗੈਂਗ ਸੀ ਜਿਹੜੇ ਇਸ਼ਤਿਹਾਰੀ, ਰਾਹਜ਼ਾਨੀ, ਇਕਦਾਮੇ ਕਤਲ, ਉਹਨਾਂ ਦੇ ਉੱਤੇ ਅਣਗਿਣਤ ਮੁਕੱਦਮਾਤ ਸਨ। ਇੱਕ ਦਾ ਨਾਮ ਸੀਗਾ ਉਮਰ ਫਰੂਕ ਉਰਫ ਉਮਰੀ ਗੁੱਜਰ, ਹਮਾਦ ਉਰਫ ਅਵੈਸ, ਐਤਸ਼ਾਮ ਤਾਰਕ ਤੇ ਇਹਨਾਂ ਦੇ ਨਾਲ 4 ਤੋਂ 5 ਬੰਦੇ ਹੁਣ ਉੱਥੇ ਗੈਂਗ ਬੈਠਾ ਤਿਆਰੀ ਕਰਕੇ। ਇਹਨਾਂ ਨੂੰ ਪਤਾ ਕਿ ਹੁਣ ਸਾਡੇ ਤੇ ਰੇਟ ਹੋਣ ਵਾਲੀ ਹੈ। ਜਿਹੜੇ ਮੁਬਜਨਾ ਜ਼ਰਾਏ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਇਕਦਾਮੇ ਕਤਲ, ਰਾਹਜ਼ਾਨੀ ਤੇ ਅਣਗਿਣਤ ਮੁਕੱਦਮਾਤ ਦੇ ਵਿੱਚ ਇੱਕ ਗੈਂਗ ਉੱਥੇ ਮਨਸ਼ਾਤ ਫਰੋਸ਼ਾਂ ਕੋ ਸੀ। ਉਹਨਾਂ ਨੂੰ ਨਾ ਤੇ ਡਰ ਸੀ ਨਾ ਖੌਫ ਸੀ। ਇਹਨਾਂ ਦੇ ਨਾਲ ਪਹਿਲੇ ਵੀ ਬਹੁਤ ਸਾਰੇ ਪੁਲਿਸ ਮੁਕਾਬਲੇ ਹੋ ਚੁੱਕੇ ਨੇ। ਇਹਨਾਂ ਦਾ ਜਿਹੜਾ ਝਾਕਾ ਲੱਥਾ ਸੀ। ਇਹਨਾਂ ਨੇ ਕਿਹਾ ਆ ਲੈਣ ਤੋਂ ਜਿਹੜੇ ਆਂਦੇ ਨੇ ਅਸੀਂ ਮੁੱਕ ਲੈਣੇ ਆ। ਤੇ ਉਸੇ ਤਰ੍ਹਾਂ ਹੋਇਆ ਕਿ ਜਿਸ ਟਾਈਮ ਟੀਮਾਂ ਰਵਾਨਾ ਹੋਈਆਂ ਨੇ ਉੱਥੇ ਜਾ ਕੇ ਹਬੀਬਪੁਰਾ ਦੇ ਵਿੱਚ ਰੇਡ ਕੀਤੀ ਗਈ ਹੈ। ਨੂਰ ਖਾਨ ਤੇ ਅਵੈਸ ਖਾਨ ਮਨਸ਼ਾਤ ਫਰੋਸ਼ਾਂ ਤੋਂ ਇਹ ਬਾਕੀ ਗੈਂਗ ਦਾ ਨਹੀਂ ਪਤਾ ਸੀ, ਇਹ ਵੀ ਉੱਥੇ ਮੌਜੂਦ ਨੇ। ਇਹ ਸਿਰਫ ਮਨਸ਼ਾਤ ਫਰੋਸ਼ਾਂ ਨੂੰ ਗ੍ਰਿਫਤਾਰ ਕਰਨ ਗਏ ਨੇ ਵੀ ਉਹਨਾਂ ਦੀ ਸ਼ਿਕਾਇਤਾਂ ਬਹੁਤ ਨੇ। ਸੀਪੀਓ ਗਿਆਸ ਗੁਲ ਖਾਨ ਸਾਹਿਬ ਨੇ ਸਖਤ ਆਰਡਰ ਜਾਰੀ ਕੀਤੇ ਨੇ ਕਿ ਇਹ ਜਿਹੜੇ ਮਨਸ਼ਾਤ ਫਰੋਸ਼ ਹਬੀਬਪੁਰਾ ਦੇ ਨਾ ਇਹਨਾਂ ਨੂੰ ਫੜ ਕੇ ਲਿਆਓ। ਹੁਣ ਜਿਸ ਟਾਈਮ ਰੇਟ ਹੁੰਦੀ ਇਹ ਜਾ ਕੇ ਉਤਰਦੇ ਨੇ। ਅਕਸਰ ਤੁਸੀਂ ਫਿਲਮਾਂ 'ਚ ਵੇਖਿਆ ਨਾ ਰੇਟ ਤੋਂ ਬਾਅਦ ਮਾਈਕ ਤੇ ਐਲਾਨ ਕੀਤਾ ਜਾਂਦਾ ਹੈ ਕਿ ਬਈ ਤੁਸੀਂ ਚਾਰੋਂ ਤਰਫ ਘੇਰੇ ਗਏ ਹੋ, ਇਸ ਤੋਂ ਪਹਿਲੇ ਕਿ ਅਸੀਂ ਤੁਹਾਡਾ ਮੁਕਾਬਲਾ ਕਰੀਏ ਤੁਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਲੇਕਿਨ ਇੱਥੇ ਤੱਕ ਨੌਬਤ ਨਹੀਂ ਆਂਦੀ। ਜਿਵੇਂ ਰੇਡ ਹੁੰਦੀ ਹੈ ਪੁਲਿਸ ਅਹਿਲਕਾਰ ਉਤਰਦੇ ਨੇ ਤੇ ਇਹਨਾਂ ਉੱਤੇ ਅੰਨਾ ਤੋਂ ਫਾਇਰਿੰਗ ਹੋ ਜਾਂਦੀ ਹੈ। ਇੰਨੀ ਕੁ ਫਾਇਰਿੰਗ ਹੋ ਜਾਂਦੀ ਹੈ
ਇਹਨਾਂ ਦੇ ਵਿੱਚ ਦੋ ਕਾਂਸਟੇਬਲਾਂ ਨੂੰ ਗੋਲੀ ਵੱਜਦੀ ਹੈ, ਇੱਕ ਇਕਰਾਮ ਬੱਟ ਤੇ ਇੱਕ ਇਕਰਾਮੁਲ ਹਕ। ਇਹਨਾਂ ਨੂੰ ਗੋਲੀਆਂ ਵੱਜਦੀਆਂ ਨੇ ਤੇ ਇੱਕ ਸਾਦੀਆ ਜਿਹੜੀ ਲੇਡੀਜ਼ ਕਾਂਸਟੇਬਲ ਹੁੰਦੀ ਹੈ ਉਹਨਾਂ ਨੂੰ ਵੀ ਗੋਲੀ ਵੱਜਦੀ ਹੈ। ਤੇ ਹੁਣ ਇੰਨਾ ਸਖਤ ਮੁਕਾਬਲਾ ਹੁੰਦਾ ਹੈ। ਜਿਹੜਾ ਸਾਹਮਣੇ ਗੈਂਗ ਸੀ ਨਾ ਉਹਨਾਂ ਕੋਲ ਜਦੀਦ ਤੇ ਹੈਵੀ ਅਸਲਾ ਸੀਗਾ। ਉਹਨਾਂ ਨੇ ਇੰਨੀ ਕੁ ਫਾਇਰਿੰਗ ਕੀਤੀ ਕਿ ਬਾਕੀ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਜ਼ਮੀਨ ਤੇ ਲੇਟ ਕੇ ਆਪਣੀ ਜਾਨ ਬਚਾਣੀ ਪਈ। ਲੇਕਿਨ ਮੁਕਾਬਲਾ ਹੋਇਆ ਤਕਰੀਬਨ 35 ਤੋਂ 40 ਮਿੰਟ। ਇਸ ਮੁਕਾਬਲੇ ਦੇ ਵਿੱਚ ਉਹ ਜਿਹੜੇ ਨੂਰ ਖਾਨ ਤੇ ਅਵੈਸ ਖਾਨ ਉਹ ਤੇ ਹਲਾਕ ਹੋ ਗਏ। ਉਹ ਵੀ ਇਹੀ ਦੱਸਿਆ ਜਾਂਦਾ ਕਿ ਜਿਹੜਾ ਗੈਂਗ ਸੀ ਨਾ ਉਹਨਾਂ ਨੇ ਮਾਰਤੇ। ਉਹਨਾਂ ਨੇ ਕਿਹਾ ਵੀ ਸਾਡਾ ਕੰਮ ਖਤਮ, ਅਸੀਂ ਹੁਣ ਚੱਲੇ ਆ, ਇਹਨਾਂ ਨੂੰ ਵੀ ਮੁਕਾ ਜੋ। ਉਹ ਤੇ ਹੋ ਗਏ ਨੇ ਫਰਾਰ। ਐਸਐਸਪੀ ਆਪਰੇਸ਼ਨ ਦੀ ਜ਼ੇਰੇ ਨਿਗਰਾਨੀ ਇੱਕ ਟੀਮ ਤਸ਼ਕੀਲ ਦਿੱਤੀ ਗਈ ਹੈ। ਇਸ ਟਾਈਮ ਪੂਰਾ ਇਲਾਕਾ ਜਿਹੜਾ ਗੁਜਰਾਂਵਾਲੇ ਦਾ, ਕਾਮੋ ਕੀ, ਤਿਤਲੀ ਵਾਲਾ, ਇਹ ਜਿੰਨੇ ਇਲਾਕੇ ਨੇ ਇਹਨਾਂ ਨੂੰ ਨਾ ਬਿਲਕੁਲ ਬੰਦ ਕਰ ਦਿੱਤਾ ਗਿਆ। ਜਗ੍ਹਾ ਜਗ੍ਹਾ ਨਾਕੇ ਲੱਗੇ ਨੇ ਤਾਂ ਕਿ ਉਹ ਜਿਹੜੇ 7 ਤੋਂ 8 ਲੋਕ ਨੇ ਉਹ ਇੱਥੋਂ ਨਸਣ 'ਚ ਕਾਮਯਾਬ ਨਾ ਹੋਣ। ਤੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਜਲਦ ਹੀ ਗ੍ਰਿਫਤਾਰ ਹੋ ਜਾਣਗੇ। ਤੁਸੀਂ ਅਕਸਰ ਕਹਿੰਦੇ ਹੋ ਕਿ ਪੁਲਿਸ ਮੁਕਾਬਲੇ ਜਿਹੜੇ ਹੁੰਦੇ ਨੇ ਇਹ ਜੈਲੀ ਹੁੰਦੇ ਨੇ, ਇਹ ਬਸ ਜੀ ਸਾਥੀ ਛੁਡਾਣ ਆਉਂਦੇ ਨੇ, ਇਹ ਸਾਥੀ ਛੁਡਾ ਕੇ ਚਲੇ ਜਾਂਦੇ ਨੇ। ਇਸ ਦਫਾ ਵੀ ਸਾਥੀ ਹੀ ਆਪਣੇ ਬੰਦਿਆਂ ਨੂੰ ਮਾਰ ਕੇ ਤੇ ਚਲੇ ਗਏ ਨੇ, ਲੇਕਿਨ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿ ਇੱਕ ਸਾਡਾ ਪੁਲਿਸ ਅਹਿਲਕਾਰ ਉਹ ਸ਼ਹੀਦ ਹੋ ਗਿਆ ਇਕਰਾਮ ਬੱਟ, ਤੇ ਇੱਕ ਪੁਲਿਸ ਅਹਿਲਕਾਰ ਜ਼ਖਮੀ ਹੋ ਗਿਆ ਤੇ ਇੱਕ ਲੇਡੀ ਕਾਂਸਟੇਬਲ ਵੀ ਜ਼ਖਮੀ ਹੋ ਗਈ। ਬਹੁਤ ਜ਼ਿਆਦਾ ਫਾਇਰ ਵਜੇ ਨੇ ਲੇਕਿਨ ਕੀਮਤੀ ਜਾਨਾਂ ਗਈਆਂ ਨੇ। ਗਿਆਸ ਗੁਲ ਖਾਨ ਸਾਹਿਬ ਇਹ ਇਜਾਜ਼ਤ ਆਸੇ ਵੀ ਗਏ ਨੇ, ਜਿਹੜੇ ਹੈਗੇ ਨਾ ਜ਼ਖਮੀ ਇਕਰਾਮ ਬੱਟ ਸਾਹਿਬ ਸ਼ਹੀਦ ਹੋ ਗਏ ਨੇ। ਉਹਨਾਂ ਦੀ ਉਹ ਪੁਲਿਸ ਲਾਈਨ ਦੇ ਵਿੱਚ ਜਨਾਜ਼ਾ ਪੜ੍ਹਾ ਕੇ ਤੇ ਉਹਨਾਂ ਦਾ ਜਿਹੜਾ ਪਿੰਡ ਹੈਗਾ ਗੁਜਰਾਣ ਦਾ ਹੈ ਵਾਂਡੂ ਪਿੰਡ, ਉੱਥੇ ਉਹਨਾਂ ਦੀ ਡੈੱਡ ਬੋਡੀ ਭੇਜਤੀ ਹੈ। ਤੇ ਸਾਨੂੰ ਅਦਾਰਿਆਂ ਤੋਂ ਪੂਰਾ ਯਕੀਨ ਹੈ ਕਿ ਉਹ ਜਿਹੜਾ ਸ਼ਹੀਦ ਹੋਇਆ ਉਹਦੇ ਬਾਰੇ ਅਦਾਰੇ ਇਸ ਤਰ੍ਹਾਂ ਦਾ ਲਾਇਮਲ ਕਰਨਗੇ ਕਿ ਇਨਸ਼ਾਅੱਲਾ ਤਾਲਾ ਉਹਨਾਂ ਦੀ ਫੈਮਿਲੀ ਤੇ ਬਾਕੀ ਜਿੰਨੇ ਵੀ ਉਹਨਾਂ ਦੇ ਲੋਕ ਨੇ ਉਹਨਾਂ ਨੂੰ ਅੱਛਾ ਤਹਫੁਜ਼ ਦਿੱਤਾ ਜਾਏਗਾ ਤੇ ਉਹਦਾ ਅੱਛਾ ਵੈਲਫੇਅਰ ਦਿੱਤਾ ਜਾਏਗਾ। ਇਹ ਗਿਆਸ ਗੁਲ ਖਾਨ ਸਾਹਿਬ ਨੇ ਵਾਜ਼ਿਹ ਕਿਹਾ। ਤੇ ਦੂਸਰਾ ਜਿਹੜਾ ਇੱਕ ਕਾਂਸਟੇਬਲ ਜ਼ਖਮੀ ਹੋਇਆ ਉਹਦੀ ਅੱਛੀ ਜਿਹੜੀ ਹੈ ਉਹ ਦਵਾਈ ਦਾਰੂ ਕੀਤੀ ਜਾ ਰਹੀ ਹੈ। ਗਿਆਸ ਗੁਲ ਖਾਨ ਸਾਹਿਬ ਐਸਐਸਪੀ ਆਪਰੇਸ਼ਨ ਇਹ ਹੁਣ ਸਾਰੇ ਇੱਕ ਮਿਸ਼ਨ ਤੇ ਨੇ ਕਿ ਉਹ ਜਿਹੜੇ 7 ਤੋਂ 8 ਬੰਦੇ ਫਰਾਰ ਹੋਏ ਨੇ ਇਹਨਾਂ ਦਾ ਕਾਂਸਟੇਬਲ ਸ਼ਹੀਦ ਕਰਕੇ ਜ਼ਖਮੀ ਕਰਕੇ ਉਹਨਾਂ ਨੂੰ ਗ੍ਰਿਫਤਾਰੀ ਅਸੇ ਨਾ ਪੂਰੀ ਨਾਕਾਬੰਦੀ ਕੀਤੀ ਗਈ ਹੈ। ਤੁਹਾਨੂੰ ਪਹਿਲੇ ਵੀ ਦੱਸਿਆ ਕਿ ਅਗਰ ਤੁਸੀਂ ਆਪਣੀ ਜਾਨ ਲੈਣੀ ਹੈ ਤੇ ਆਪਣੇ ਆਪ ਨੂੰ ਫੈਰ ਨਹੀਂ ਮਾਰਨਾ। ਕਿਸੇ ਵੀ ਅਹਿਲਕਾਰ ਤੇ ਤੁਸੀਂ ਸਿਰਫ ਬੰਦੂਕ ਕੱਢਣੀ ਹੈ ਸਮਝੋ ਤੁਸੀਂ ਆਪਣੀ ਜਾਨ ਦੇ ਦਿੱਤੀ। ਇਹਨਾਂ ਨੇ ਤੇ ਇੱਕ ਕਾਂਸਟੇਬਲ ਸ਼ਹੀਦ ਕਰਤਾ ਤੇ 2 ਜ਼ਖਮੀ ਕਰਤੇ ਨੇ ਤੇ ਆਉਣ ਵਾਲੇ ਵਕਤ 'ਚ ਮੈਨੂੰ ਪੂਰਾ ਯਕੀਨ ਇਹ ਗ੍ਰਿਫਤਾਰ ਵੀ ਹੋਣਗੇ ਤੇ ਆਪਣੇ ਅੰਜਾਮ ਨੂੰ ਪਹੁੰਚਣਗੇ। ਹੁਣ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਾਂਗਾ ਜਿਹੜੇ ਇਹ ਕਹਿੰਦੇ ਨੇ ਕਿ ਇਹ ਜਿਹੜੇ ਮੁਬੈਨਾ ਪੁਲਿਸ ਮੁਕਾਬਲੇ ਹੁੰਦੇ ਨੇ ਇਹਨਾਂ 'ਚ ਪੁਲਿਸ ਨੂੰ ਤਾਂ ਕਦੀ ਗੋਲੀ ਨਹੀਂ ਵੱਜੀ, ਪੁਲਿਸ ਅਹਿਲਕਾਰ ਤੇ ਕਦੀ ਸ਼ਹੀਦ ਨਹੀਂ ਹੋਇਆ। ਪੁਲਿਸ ਅਹਿਲਕਾਰ ਸ਼ਹੀਦ ਵੀ ਹੋਇਆ, ਜ਼ਖਮੀ ਵੀ ਹੋਇਆ, ਸਾਥੀ ਆਪਣੇ ਹੀ 2 ਮਨਸ਼ਿਆਤ ਫਰੋਸ਼ ਮਾਰ ਕੇ ਫਰਾਰ ਵੀ ਹੋ ਗਏ ਨੇ। ਨਾਜ਼ਰੀਨ ਇਹ ਜਿਹੜੇ ਮੁਬੈਨਾ ਪੁਲਿਸ ਮੁਕਾਬਲੇ ਹੁੰਦੇ ਨੇ ਇਹ ਰੀਅਲ ਹੁੰਦੇ ਨੇ, ਅਸਲ ਹੁੰਦੇ ਨੇ, ਸਾਥੀ ਛੁਡਾਣ ਆਉਂਦੇ ਨੇ। ਕੁਝ ਵਾਕਿਏ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਪੈਸ਼ਲ ਸਾਥੀ ਛੁਡਾਣ ਆਉਂਦੇ ਨੇ ਤੇ ਉਹਨਾਂ ਨੂੰ ਆਉਣੇ ਵੀ ਚਾਹੀਦੇ ਨੇ। ਜਿਹੜੇ ਬੱਚੇ ਦੇ ਨਾਲ ਰੇਪ ਕਰਦੇ ਨੇ, ਬੱਚਿਆਂ ਦੀ ਇੱਜ਼ਤ ਤਾਰ-ਤਾਰ ਕਰਦੇ ਨੇ, ਛੋਟੀ ਬੱਚੇ ਨਾਲ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਉਹਨਾਂ ਦੇ ਸਾਥੀ ਛੁਡਾਣ ਲਾਜ਼ਮੀ ਆਣ। ਬਲਕਿ ਮੈਂ ਤੇ ਇਹ ਕਹਾਂਗਾ ਇਹਨਾਂ ਦੇ ਨਾਲ ਇਹ ਕਰੋ ਨਾ ਸਾਥੀ ਛੁਡਾਣ ਆਏ ਨੇ, ਬਲਕਿ ਜਿਹੜਾ ਅਹਿਲਕਾਰ ਇਹਨਾਂ ਦੇ ਟੁਕੜੇ ਕਰਕੇ ਜਾਨਵਰਾਂ ਨੂੰ ਪਾ ਦੇਵੇ ਉਹਨੂੰ ਇਨਾਮ ਦੇਣਾ ਚਾਹੀਦਾ ਹੈ ਕਿ ਇਸ ਮੁਆਸ਼ਰੇ 'ਚ ਗੰਦ ਖਤਮ ਕੀਤਾ ਗਿਆ ਹੈ। ਜਿੰਨੇ ਵੀ ਰੇਪਿਸਟ ਨੇ ਜਾਂ ਜਿਹੜੇ ਬੱਚਿਆਂ ਨਾਲ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਸਾਥੀ ਨਾ ਛੁਡਾਉਣ, ਉਹਨਾਂ ਨੂੰ ਆਪ ਹੀ ਟੁਕੜੇ ਕਰਕੇ ਜਾਨਵਰ ਅੱਗੇ ਪਾ ਦੇਣਾ ਚਾਹੀਦਾ। ਇਹ ਐਸੇ ਬਦਬਖਤ ਨੇ। ਨਾਜ਼ਰੀਨ ਗੁਜਰਾਂਵਾਲੇ ਦੀ ਤਰੀਕ ਦੇ ਵਿੱਚ ਇੱਕ ਬੜਾ ਵੱਡਾ ਪੁਲਿਸ ਮੁਕਾਬਲਾ ਹੋਇਆ ਤੇ ਜਿਸ 'ਚ 7 ਤੋਂ 8 ਬੰਦੇ ਫਰਾਰ ਹੋ ਗਏ ਨੇ। ਜਿਹੜਾ ਬੜਾ ਵੱਡਾ ਗੈਂਗ ਸੀ ਉਹਨਾਂ ਕੋਲ ਬੜਾ ਹੈਵੀ ਅਸਲਾ ਸੀਗਾ। ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਤੇ ਇੱਕ ਕਾਂਸਟੇਬਲ ਸ਼ਹੀਦ ਹੋ ਗਿਆ। ਅੱਲਾਹ ਪਾਕ ਉਹਨੂੰ ਜੰਨਤ 'ਚ ਆਲਾ ਮੁਕਾਮ ਅਤਾ ਫਰਮਾਏ। ਅੱਲਾਹ ਪਾਕ ਉਹਦੇ ਲਵਾਹਿਕੀਨ ਨੂੰ ਸਬਰ ਜਮੀਲ ਅਤਾ ਫਰਮਾਏ। ਤੇ ਸਾਡਾ ਜਿਹੜਾ ਇੱਕ ਅਹਿਲਕਾਰ ਇਕਰਾਮੁਲ ਹਕ ਜ਼ਖਮੀ ਹੋਇਆ, ਅੱਲਾਹ ਪਾਕ ਜਲਦ ਤੋਂ ਜਲਦ ਉਹਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾਏ ਤੇ ਦੁਬਾਰਾ ਆਪਣੇ ਪੈਰਾਂ ਤੇ ਖੜੋ ਕੇ ਤੇ ਫਿਰ ਸਾਡੀ ਖਾਤਰ ਇਹ ਲੋਕ ਲੜਨ। ਨਾਜ਼ਰੀਨ ਇਹ ਸਾਡੀ ਖਾਤਰ ਲੜਦੇ ਨੇ। ਨਾਜ਼ਰੀਨ ਇਹ ਸਾਡੀ ਖਾਤਰ ਲੜਦੇ ਨੇ। ਉਹ ਜਿਹੜਾ ਕਾਂਸਟੇਬਲ ਉਹਨੇ ਸ਼ਹਾਦਤ ਨੋਸ਼ ਫਰਮਾਈ ਹੈ ਉਹ ਆਵਾਮ ਦੀ ਖਾਤਰ ਲੜਿਆ, ਸਾਡੀ ਖਾਤਰ ਲੜਿਆ, ਸਾਡੇ ਬੱਚਿਆਂ ਦੀ ਖਾਤਰ ਲੜਿਆ। ਇਹਨਾਂ ਜਿਹੜੇ ਸ਼ਹੀਦਾਂ ਨੂੰ ਸਾਡਾ ਸਲੂਟ ਹੈ ਤੇ ਅੱਲਾਹ ਪਾਕ ਇਹਨਾਂ ਦੇ ਲਵਾਇਕੀ ਨੂੰ ਸਬਰ ਅਤਾ ਫਰਮਾਏ। ਤੁਸੀਂ ਇਸ ਪੁਲਿਸ ਮੁਕਾਬਲੇ ਦੇ ਬਾਰੇ ਕੀ ਕਹਿੰਦੇ ਜਿਹੜਾ ਗੁਜਰਾਂਵਾਲੇ ਦੇ
ਇਲਾਕਾ ਹਬੀਬਪੁਰਾ ਦੇ ਵਿੱਚ ਹੋਇਆ। ਇਹ ਜਿਹੜੇ ਮਨਸ਼ਾਤ ਫਰੋਸ਼ ਨੂਰ ਖਾਨ ਤੇ ਅਵੈਸ ਖਾਨ ਜਿਹੜੇ ਕਿ ਆਪਣੇ ਅੰਜਾਮ ਨੂੰ ਪਹੁੰਚ ਚੁੱਕੇ ਨੇ, ਇਹ ਆਪਣੇ ਹੀ ਸਾਥੀਆਂ ਦੀ ਫਾਇਰ ਨਾਲ ਇਹ ਹਲਾਕ ਹੋ ਚੁੱਕੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਤੇ ਇਹ ਜਿਹੜਾ ਪੁਲਿਸ ਮੁਕਾਬਲਾ ਹੋਇਆ ਗਿਆਸ ਗੁਲ ਖਾਨ ਸਾਹਿਬ ਜਿਹੜੇ ਗੁਜਰਾਂਵਾਲੇ ਦੇ ਡੀਪੀਓ ਨੇ, ਇਹ ਗੁਜਰਾਂਵਾਲੇ ਦੀ ਆਵਾਮ ਨੂੰ ਇੱਕ ਤੋਹਫਾ ਅੱਲਾ ਲੋ, ਇੱਕ ਐਸਾ ਡੀਪੀਓ ਅੱਲਾਹ ਪਾਕ ਨੇ ਤੁਹਾਨੂੰ ਦਿੱਤਾ ਹੈ ਕਿ ਉਹ ਭਾਈ ਆਪਣੀ ਜਾਨ ਤੇ ਖਿੜ ਕੇ ਨਾ ਪੂਰਾ ਗੁਜਰਾਂਵਾਲਾ ਐਸਾ ਅਨਕਰੀਬ, ਪੂਰਾ ਗੁਜਰਾਂਵਾਲਾ ਐਸਾ ਸਾਫ਼ ਕਰ ਦੇਣਾ ਕਿ ਅਨਕਰੀਬ ਤੁਸੀਂ ਵੇਖੋਗੇ ਕਿ ਜਿੰਨੇ ਵੀ ਜਰਾਇਮ ਪੇਸ਼ਾ ਲੋਕ ਨੇ ਉਹ ਨਜ਼ਰ ਨਹੀਂ ਆਣਗੇ। नाज़रीन कमेंट्स लाजमी करना। मैंने दो इजाजत। अल्लाह।